ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਅੱਜ ਪੰਜਵੇਂ ਗੁਰੂ ਨਾਨਕ, ਜਿਨ੍ਹਾਂ ਦਾ ਕੱਲ੍ਹ ਦੇ ਦਿਨ ਨੂੰ ਆਗਮਨ ਪੁਰਬ ਹੈ, ਜਿਨ੍ਹਾਂ ਨੇ ਬਹੁਤ ਵੱਡੇ ਸਾਡੇ 'ਤੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਆ ਕਲਯੁਗ ਦੇ ਰਾਜ ਵਿੱਚ ਐਸੀ ਬਾਣੀ ਦੀ ਇਕੱਤਰ ਕਰਕੇ ਸਾਡੇ 'ਤੇ ਮਿਹਰ ਕੀਤੀ ਆ। ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦਾ ਜਨਮ ਗੋਇੰਦਵਾਲ ਆਗਮਨ ਪੁਰਬ ਹੋਇਆ। ਬੀਬੀ ਭਾਨੀ ਜੀ, ਉਹਨਾਂ ਦੀ ਕੁੱਖ ਤੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੇ ਪਿਤਾ ਜੀ ਸੀ, ਜਿਨ੍ਹਾਂ ਨੇ ਛੋਟੀਆਂ ਉਮਰਾਂ ਦੇ ਵਿੱਚ ਐਸੇ ਵਰ ਵੀ ਲਏ। ਜਦੋਂ ਦੱਸਦੇ ਹੈ ਗੁਰੂ ਅਮਰਦਾਸ ਜੀ ਮਹਾਰਾਜ ਨਾਨਾ ਜੀ ਸੀ ਤੇ ਗੱਦੀ 'ਤੇ ਬੈਠੇ ਹੈ, ਗੁਰੂ ਸਾਹਿਬ ਥੋੜ੍ਹੀ ਉਮਰ ਦੇ ਹੈ, ਰੁੜਦੇ ਹੈ, ਜਾ ਕੇ ਪਲੰਘ ਦੇ ਨਾਲ ਖੜ ਗਏ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ। ਦੋਤਾ ਬਾਣੀ ਕਾ ਬਹੁਤ, ਐਡੇ ਵੱਡੇ ਵੱਡੇ ਵਰ ਦਿੱਤੇ। ਗੁਰੂ ਸਾਹਿਬ ਨੇ ਸਾਰੀਆਂ ਪੋਥੀਆਂ ਗ੍ਰੰਥ ਇਕੱਠੇ ਕਰਕੇ ਸਾਰੇ ਸਿੰਘਾਂ ਨੂੰ ਇਕੱਤਰ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਬਣਾਏ। ਬਾਣੀ ਇਕੱਠੀ ਕੀਤੀ ਤਾਂ ਬਾਣੀ ਦਾ ਫਿਰ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਿੱਥੇ ਕੀਤਾ? ਬਾਬਾ ਬੁੱਢਾ ਜੀ ਉਹਨਾਂ ਨੂੰ ਸੀਸ 'ਤੇ ਚੁਕਾਇਆ। ਆਪ ਪਿੱਛੇ ਚੌਰ ਕਰਦੇ ਜਾ ਰਹੇ ਆ। ਬਾਬਾ ਬੁੱਢਾ ਜੀ ਨੇ ਪੁੱਛਿਆ, ਮਹਾਰਾਜ ਆਪਾਂ ਕਿਹੜੀ ਜਗ੍ਹਾ 'ਤੇ ਸੁਖਾਸਨ ਕਰਨਾ ਹੈ? ਗੁਰੂ ਗ੍ਰੰਥ ਸਾਹਿਬ ਦਾ ਕਹਿਣ ਲੱਗੇ, ਸਾਡੇ ਪਲੰਘ 'ਤੇ ਜਿਹੜਾ ਕੋਟਾ ਸਾਹਿਬ ਵਿੱਚ। ਬਾਬਾ ਜੀ ਉਹ ਤੁਹਾਡਾ ਪਲੰਘ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਨਹੀਂ, ਉੱਥੇ ਸੋਹਣੀ ਵਸਾਈ ਕਰਕੇ ਉਹ ਜਗ੍ਹਾ 'ਤੇ ਗੁਰੂ ਸਾਹਿਬ ਦਾ ਸੁਖਾਸਨ ਕਰਨਾ ਹੈ। ਸਾਡੀ ਚਾਦਰ ਭੁੰਜੇ ਵਸਾ ਦਿਓ। ਗੁਰੂ ਸਾਹਿਬ ਨੇ ਆਪਣਾ ਆਸਣ, ਗੁਰੂ ਪੰਜਵੇਂ ਪਾਤਸ਼ਾਹ ਨੇ ਭੁੰਜੇ ਕਰ ਲਿਆ। ਗੁਰੂ ਸਾਹਿਬ ਦਾ ਆਸਣ ਪਲੰਘ 'ਤੇ ਕਰ ਦਿੱਤਾ। ਇੱਕ ਦੁਨੀਆ ਨੂੰ ਸਿਖਾਇਆ, ਦੱਸਿਆ ਬਈ ਇਹ ਇੰਨੇ ਸਤਿਕਾਰਯੋਗ ਹੈ ਗੁਰੂ ਸਾਹਿਬ, ਇਹ ਸਾਰੇ ਗੁਰੂਆਂ ਦੀ ਬਾਣੀ ਹੈ। ਤੇ ਉਸ ਟਾਈਮ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹੀ ਜੀ ਸਾਡੇ 'ਤੇ ਮਹਾਨ ਕਿਰਪਾ ਕੀਤੀ। ਜਦੋਂ ਦੱਸਦੇ ਹੈ ਬਾਬਾ ਬੁੱਢਾ ਜੀ ਨੇ ਫਿਰ ਪਹਿਲਾ ਹੁਕਮਨਾਮਾ ਵੀ ਲਿਆ। ਹੁਕਮਨਾਮਾ ਕਿਹੜਾ ਆਇਆ? ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਸਾਇਆ ਰਾਮ। ਬਾਬਾ ਜੀ ਕਿਰਪਾ ਕਰਦੇ ਸੀ। ਪੂਰਨ ਪੁਰਖ ਚੁੱਤ ਵਿਨਾਸੀ, ਜਸ ਵੇਦ ਪ੍ਰਾਨੀ ਗਾਇਆ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਬਾਬਾ ਜੀ ਕਿਰਪਾ ਕਰਦੇ ਸੀ। ਇਹ ਹੁਕਮਨਾਮਾ ਉਸ ਵਕਤ ਆਇਆ ਸੀ। ਕਿਉਂ? ਇਹ ਵੀ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ।
ਉਹਨਾਂ ਨੇ ਕਦੋਂ ਉਚਾਰਨ ਕੀਤਾ ਸੀ? ਜਦੋਂ ਸਰੋਵਰ ਦੇ ਵਿੱਚੋਂ ਗਾਰ ਕੱਢ ਰਹੇ ਸੀ ਤਾਂ ਦੱਸਦੇ ਆ ਉਸ ਟਾਈਮ ਤੇ ਵਿਸ਼ਨੂੰ ਭਗਵਾਨ ਜੀ ਆਪ ਸੇਵਾ ਕਰਨ ਵਾਸਤੇ ਆਏ। ਹਜ਼ਾਰਾਂ ਦੇਵੀ ਦੇਵਤੇ ਵੀ ਆਏ ਤੇ ਬੜੀ ਤੇਜ਼ੀ ਨਾਲ ਕੱਢਣ। ਕਈਆਂ ਦੇ ਕੜਾਹੀਏ ਜਿਹੜੇ ਸੀ ਉਹ ਸਿਰਾਂ ਤੋਂ ਉੱਚੇ ਚੱਲਦੇ ਸੀ। ਕਿਸੇ ਨੇ ਆ ਕੇ ਗੁਰੂ ਪੰਜਵੇਂ ਪਾਤਸ਼ਾਹ ਕੋਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹ ਸੰਗਤ ਪਤਾ ਨਹੀਂ ਕਿੱਥੋਂ ਆਈ ਆ, ਬੜੀ ਤੇਜ਼ੀ ਨਾਲ ਸੇਵਾ ਕਰਦੇ ਆ, ਕੜਾਹੀਏ ਉੱਚੇ ਚੱਲ ਰਹੇ ਆ। ਫਿਰ ਉੱਥੇ ਵੀ ਗੁਰੂ ਸਾਹਿਬ ਨੇ ਆ ਕੇ ਪੰਜਵੇਂ ਪਾਤਸ਼ਾਹ ਨੇ ਇਹੀ ਸ਼ਬਦ ਕਿਹਾ ਸੀ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਨ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਸਾਇਆ ਰਾਮ। ਅੰਮ੍ਰਿਤ ਜਲ ਸਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਭਇਓ ਜਗ ਅੰਤਰ, ਲਾਥੇ ਸਗਲ ਵਸੂਰੇ, ਪੂਰਨ ਪੁਰਖ ਚਤੁਵਨਾਸੀ, ਜਸ ਵੇਦ ਪ੍ਰਾਨੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਇਹੀ ਹੁਕਮਨਾਮਾ ਫਿਰ ਉਸ ਦਿਨ ਆਇਆ ਸੀ। ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਡੇ ਤੇ ਪੰਜਵੇਂ ਪਾਤਸ਼ਾਹ ਨੇ ਇੰਨੀ ਮਹਾਨ ਕਿਰਪਾ ਕੀਤੀ। ਫਿਰ ਦੇਖ ਲਓ ਤੱਤੀਆਂ ਤਵੀਆਂ ਤੇ ਵੀ ਬੈਠੇ। ਇਹ ਬਹੁਤ ਲੰਬਾ ਚੌੜਾ ਇਤਿਹਾਸ ਹੈ, ਪਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਸੇ ਹੀ ਵਚਨ ਨੂੰ ਮੁੱਖ ਰੱਖਿਆ। ਗੁਰੂ ਗ੍ਰੰਥ ਸਾਹਿਬ ਨੂੰ ਪਲੰਘਾਂ ਤੇ ਬਿਰਾਜਮਾਨ ਕੀਤਾ, ਆਪਣੇ ਆਸਣ ਭੁੰਜੇ ਲਾਏ। ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ, ਕਈ ਲੋਕ ਕਹਿ ਦਿੰਦੇ ਆ 12 ਦਰੀ ਵਿੱਚ ਆਸਣ ਜੀ ਪਲੰਘ ਤੇ, ਪਰ ਇਹ ਤਾਂ ਸੇਵਾਦਾਰਾਂ ਦੇ ਲਾਏ ਹੋਏ ਆ ਸਤਿਕਾਰ ਵਜੋਂ। ਬਾਬਾ ਨੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਪਲੰਘ ਤੇ ਆਸਣ ਨਹੀਂ ਰੱਖਿਆ, ਭੁੰਜੇ ਆਸਣ ਰੱਖਿਆ। ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਵੀ ਭੁੰਜੇ ਆਸਣ ਰੱਖਿਆ। ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨੇ ਵੀ ਭੁੰਜੇ ਆਸਣ ਰੱਖਿਆ। ਜਿਹੜਾ ਕੁਛ ਅਸੀਂ ਥੱਕਿਆ ਤੇ ਇਸ ਤਰ੍ਹਾਂ ਬਾਬਾ ਜੀ ਨੇ ਨਾਨਕਸਰ ਦੀ ਮਰਜ਼ਾਦਾ ਰੱਖੀ ਸੀ। ਜਿਹੜਾ ਮਰਜ਼ਾਦਾ ਵਿੱਚ ਪੂਰਾ ਹੋਵੇਗਾ ਉਸ ਤੇ ਭਾਈ ਗੁਰੂ ਨਾਨਕ ਦੀ ਬਾਬਾ ਜੀ ਦੀ ਮਿਹਰ ਹੋਵੇਗੀ। ਐਂ ਬਾਬਾ ਜੀ ਕਿਰਪਾ ਕਰਦੇ ਸੀ। ਇਹ ਜਿਹੜਾ ਨਾਨਕਸਰ ਹੈ ਬਾਬਾ ਜੀ ਦਾ ਇੱਕ ਭਗਤੀ ਦਾ ਘਰ ਹੈ। ਦੇਖੋ ਕਿੱਡੀ ਮਹਾਨ ਕਿਰਪਾ ਕਲਯੁਗ ਦੇ ਰਾਜ ਵਿੱਚ ਬਾਬਾ ਜੀ ਨੇ ਕੀਤੀ ਹੈ। ਕਿੰਨੀਆਂ ਸੰਗਤਾਂ ਆਉਂਦੀਆਂ, ਸਵੇਰੇ ਆਉਂਦੀਆਂ, ਸ਼ਾਮ ਤੱਕ ਆਉਂਦੀਆਂ ਤੇ ਦੁਪਹਿਰੇ ਆਉਂਦੇ ਹੈ। ਬਾਬਾ ਜੀ ਕਿਰਪਾ ਕਰਦੇ ਸੀ, ਭਾਈ ਤੁਸੀਂ ਗੁਰੂ ਨਾਨਕ ਦਾ ਕੰਮ ਕਰੋ, ਗੁਰੂ ਨਾਨਕ ਤੁਹਾਡੇ ਵਾਸਤੇ ਕੋਈ ਘਾਟਾ ਨਹੀਂ ਰੱਖੇਗਾ। ਇੱਥੇ ਗੁਰੂ ਨਾਨਕ ਹਾਜ਼ਰ ਵਰਤਦੇ ਆ, ਆਪਣੇ ਪਿਆਰਿਆਂ ਰਾਹੀਂ ਵਰਤਦੇ ਆ। ਕਿੱਥੇ ਹੈ ਗੁਰੂ ਨਾਨਕ ਜੀ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਹੈ। ਜਿਸ ਕੀ ਬਾਣੀ ਤਿਸ ਮੈਂ ਸਮਾਣੀ, ਬਾਣੀ ਵਿੱਚ ਸਮਾਏ ਹੋਏ ਹੈ। ਬਾਬਾ ਜੀ ਕਿਰਪਾ ਕਰਦੇ ਸੀ। ਨਾਨਕ ਗੁਪਤ ਵਰਤਦਾ ਪ੍ਰਗਟ ਸੰਤ ਜਨਾ, ਉਹ ਆਪਣੇ ਪਿਆਰਿਆਂ ਰਾਹੀਂ ਪ੍ਰਗਟ ਹੈ। ਪਰ ਕਿਹੜੇ ਸੰਤਾਂ ਦਾ ਨਾਂ ਲਿਆ? ਸੰਤ ਜਨਾ ਕਿਹਾ। ਪਰ ਬਾਬਾ ਜੀ ਇੱਥੇ ਵਿਸਤਾਰ ਨਾਲ ਕਹਿੰਦੇ ਸੀ, ਭਾਈ ਸੰਤ ਹੋਵੇ, ਸੁਆਦੂ ਨਾ ਹੋਵੇ, ਕੋਈ ਡਿੰਬੀ ਪਖੰਡੀ ਨਾ ਹੋਵੇ, ਕੋਈ ਕੱਚੇ ਕੰਮ ਨਾ ਕਰਦਾ ਹੋਵੇ, ਜੀਵਨ ਪੱਖੋਂ ਕੱਚਾ ਨਾ ਹੋਵੇ, ਐਸਾ ਸੰਤ ਹੋਵੇ। ਜਿਵੇਂ ਬਾਬਾ ਜੀ ਦਾ ਨਾਂ ਪੈ ਰਿਹਾ, ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ ਨਾਂ ਪੈ ਰਿਹਾ। ਤੇ ਇਸ ਤਰ੍ਹਾਂ ਭਾਈ ਮਹਾਂਪੁਰਸ਼ ਇਸ ਦੁਨੀਆ 'ਤੇ ਆਉਂਦੇ ਹੈ ਸਾਨੂੰ ਸੇਧ ਦੇਣ ਵਾਸਤੇ। ਜਿਵੇਂ ਇੱਕ ਰਸਤੇ ਹੈ, ਕਈ ਤਰ੍ਹਾਂ ਦੇ ਰਸਤੇ ਹੈ। ਮਹਾਂਪੁਰਸ਼ਾਂ ਨੂੰ ਜਿਹੜੇ ਰਸਤੇ ਦਾ ਪਤਾ ਹੁੰਦਾ ਹੈ ਉਹ ਰਸਤਾ ਦੱਸਦੇ ਹੈ। ਕਿਹੜਾ ਰਸਤਾ? ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਦਾ।
ਰਸਤਾ ਮਹਾਂਪੁਰਸ਼ ਦੱਸਦੇ ਆ। ਬਾਬਾ ਜੀ ਕਹਿੰਦੇ ਸੀ ਗੁਰੂ ਸਾਹਿਬ ਦੇ ਨਾਲ ਕੌਣ ਜੋੜਦਾ ਹੈ? ਜਿਹੜਾ ਆਪ ਜੁੜਿਆ ਹੋਵੇ। ਜਿਹੜਾ ਆਪ ਨਹੀਂ ਜੁੜਿਆ ਉਹ ਸਾਨੂੰ ਨਹੀਂ ਜੋੜ ਸਕਦਾ। ਇਹਨੂੰ ਬਈ ਛੇੜੋ ਸੂੜੋ ਜੋ ਨਾ। ਜਿਹੜਾ ਆਪ ਜੁੜਿਆ ਹੋਵੇ ਉਹ ਬਾਬਾ ਜੀ ਕਹਿੰਦੇ ਜੋੜ ਸਕਦਾ। ਬਾਬਾ ਜੀ ਨੇ ਲੱਖਾਂ ਦੁਨੀਆ ਨੂੰ ਅੰਮ੍ਰਿਤ ਛਕਾਇਆ ਤੇ ਬਾਬਾ ਜੀ ਨੇ ਕਿਹਦਾ ਕੰਮ ਕੀਤਾ? ਕਲਗੀਆਂ ਵਾਲੇ ਗੁਰੂ ਦਾ। ਸੰਤ ਗੋਬਿੰਦ ਕਾ ਇੱਕੋ ਕਾਮ, ਸੋਈ ਸੰਤ ਜੋ ਭਾਵੇ ਰਾਮ। ਅੱਜ ਕਿੰਨਾ ਸਮਾਂ ਹੋ ਗਿਆ, ਜੰਗਲਾਂ ਦੇ ਮੰਗਲ ਵਿੱਚ, ਜੰਗਲਾਂ 'ਚ ਮੰਗਲ ਬਾਬਾ ਜੀ ਨੇ ਲਾਏ। ਤੁਸੀਂ ਸੁਣਦੇ ਸੀ ਜਿਵੇਂ ਗੁਰੂ ਪੰਜਵੇਂ ਪਾਤਸ਼ਾਹ ਦਾ ਆਗਮਨ ਪੁਰਬ ਕੱਲ੍ਹ ਨੂੰ ਆਉਣ ਵਾਲਾ ਹੈ ਤੇ ਕੱਲ੍ਹ ਜਿਹੜਾ ਸਵੇਰ ਲੰਘ ਗਿਆ, ਅਗਲਾ ਦਿਨ ਉਦੋਂ ਭਾਈ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦਾ 400 ਸਾਲਾ ਸਮਾਗਮ ਆਗਮਨ ਪੁਰਬ ਬੜੀ ਧੂਮ ਧਾਮ ਦੇ ਨਾਲ ਸਾਡੀ ਸਾਰੀ ਹਿੰਦੁਸਤਾਨ ਨੇ, ਕੇਂਦਰ ਸਰਕਾਰ ਨੇ, ਪੰਜਾਬ ਸਰਕਾਰ ਨੇ, ਸਾਡੇ ਸਭ ਤੋਂ ਵੱਡੀ ਗੱਲ ਸ਼੍ਰੋਮਣੀ ਕਮੇਟੀ ਉਹਨਾਂ ਨੇ ਮਨਾਇਆ। ਸ੍ਰੀ ਅੰਮ੍ਰਿਤਸਰ ਸਾਹਿਬ ਮਨਾਇਆ ਗਿਆ। ਸਾਰਾ ਸਿੱਖ ਸੰਗਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਮੰਨਦਾ ਹੈ। ਨੌਵੇਂ ਪਾਤਸ਼ਾਹ ਨੂੰ ਗੁਰੂ ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ। ਗੁਰੂ ਸਾਹਿਬ ਨੂੰ ਸਿਮਰਨ ਦੇ ਨਾਲ ਕਿਸੇ ਚੀਜ਼ ਦਾ ਘਾਟਾ ਹੀ ਨਹੀਂ ਰਹਿੰਦਾ। ਉਹ ਏਡੇ ਵੱਡੇ ਦਾਤੇ ਸੀ ਤੇ ਬੇਪਰਵਾਹ ਸੀ। ਜਦੋਂ ਭਗਤੀ ਕਰਦੇ ਸੀ, ਜਿਵੇਂ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਦੋਂ ਰਾਮ ਰਾਏ ਨੇ ਉੱਥੇ ਔਰੰਗਜ਼ੇਬ ਦੇ ਕੋਲੇ ਦਰਖਾਸਤ ਦੇ ਦਿੱਤੀ, ਬਈ ਜੀ ਗੱਦੀ ਦਾ ਹੱਕਦਾਰ ਤਾਂ ਮੈਂ ਸੀ ਤੇ ਛੋਟੇ ਬੱਚੇ ਨੂੰ ਕਿਵੇਂ ਗੱਦੀ ਦਿੱਤੀ ਗਈ? ਤਾਂ ਉੱਥੇ ਦਿੱਲੀ ਸੱਦਿਆ, ਰਾਜਾ ਰਾਮ ਸਿੰਘ ਨੂੰ ਭੇਜਿਆ। ਕਿਉਂ? ਉਹਨਾਂ ਦਾ ਪ੍ਰੇਮੀ ਸੀ ਉਹ ਰਾਜਾ, ਇੱਧਰ ਗੁਰੂ ਸਾਹਿਬ ਦਾ ਵੀ ਪ੍ਰੇਮੀ ਸੀ। ਤੇ ਜਦੋਂ ਰਾਜੇ ਨੇ ਬੇਨਤੀ ਕੀਤੀ, ਗੁਰੂ ਸਾਹਿਬ ਹਰਿਕ੍ਰਿਸ਼ਨ ਜੀ ਮਹਾਰਾਜ ਦਿੱਲੀ ਨੂੰ ਗਏ। ਰਸਤੇ ਦੇ ਵਿੱਚ ਜਿਹੜੇ ਪੰਡਤ ਲੋਕ ਸੀ, ਈਰਖਾਬਾਜ਼, ਜਿਹੜੇ ਕਹਿੰਦੇ ਸੀ ਇਹ ਗੁਰੂ ਨਾਨਕ ਦੀ ਗੱਦੀ ਤੇ ਛੋਟੀ ਜਿਹੀ ਉਮਰ ਵਿੱਚ ਕਮਾਉਣ ਆ ਗਿਆ, ਤਾਂ ਰਸਤੇ ਦੇ ਵਿੱਚ ਕੋਹੜੀ ਨੂੰ ਬਹਾ ਦਿੱਤਾ। ਗੁਰੂ ਸਾਹਿਬ ਰਥ ਵਿੱਚੋਂ ਉਤਰੇ, 5-6 ਸਾਲ ਦੀ ਉਮਰ ਹੈ, ਤੇ ਕੋਹੜੀ ਨੂੰ ਵੇਖ ਕੇ ਗੁਰੂ ਸਾਹਿਬ ਨੇ ਰੁਮਾਲ ਕੱਢਿਆ। ਜਿਵੇਂ ਜਿਵੇਂ ਉਹਨਾਂ ਦੇ ਸਰੀਰ ਤੇ ਫੇਰਦੇ ਗਏ, ਸਾਰਾ ਸਰੀਰ ਉਹਨਾਂ ਦਾ ਤੰਦਰੁਸਤ ਹੋ ਗਿਆ, ਕੰਗਣ ਹੋ ਗਿਆ। ਐਂ ਗੁਰੂ ਸਾਹਿਬ ਨੇ ਮਿਹਰ ਕੀਤੀ। ਫਿਰ ਉਹਨਾਂ ਪੰਡਤਾਂ ਦੀਆਂ ਅੱਖਾਂ ਖੁੱਲ੍ਹੀਆਂ, ਬਈ ਇਹ ਤਾਂ ਸ਼ਕਤੀਮਾਨ ਗੁਰੂ ਹੈ। ਗੁਰੂ ਸਾਹਿਬ ਨੇ ਦਿੱਲੀ ਦੇ ਵਿੱਚ ਜਾ ਕੇ, ਉਦੋਂ ਉੱਥੇ ਪਲੇਗ ਦੀ ਬਿਮਾਰੀ ਪਈ ਹੋਈ ਸੀ, ਬੜੀ ਦੁਨੀਆ ਬਿਮਾਰ ਹੋ ਰਹੀ ਸੀ। ਗੁਰੂ ਸਾਹਿਬ ਨੇ ਇੱਕ ਵੱਡਾ ਸਾਰਾ ਕੁੰਡ ਬਣਵਾਇਆ, ਉਹਦੇ ਵਿੱਚ ਆਪਣੇ ਚਰਨ ਪਾਏ, ਕਿਹਾ ਵੀ ਜਿਹੜਾ ਇੱਥੋਂ ਇਹ ਅੰਮ੍ਰਿਤ ਲਵੇਗਾ, ਚਰਨਾਮਤ ਲਵੇਗਾ, ਸਿੱਟੇ ਲਾਵੇਗਾ, ਉਹ ਠੀਕ ਹੁੰਦਾ ਜਾਵੇਗਾ। ਪਤਾ ਨਹੀਂ ਹਜ਼ਾਰਾਂ ਦੀ ਤਾਦਾਦ ਵਿੱਚ ਦੁਨੀਆ ਉੱਥੇ ਠੀਕ ਹੋਈ, ਤੇ ਪਰ ਗੁਰੂ ਸਾਹਿਬ ਨੇ ਆਪਣੇ ਤੇ ਉਹ ਭਾਰ ਲੈ ਲਿਆ। ਫਿਰ ਗੁਰੂ ਸਾਹਿਬ ਚੋਲਾ ਬਦਨ ਵੇਲੇ ਕਹਿਣ ਲੱਗੇ, ਮਹਾਰਾਜ ਆਪ ਤਾਂ ਹਾਂ ਇੱਕ ਹੋਰ ਵੀ ਬਚਨ ਕੀਤਾ ਸੀ ਗੁਰੂ ਸਾਹਿਬ ਨੇ, ਹਰਿਕ੍ਰਿਸ਼ਨ ਜੀ ਮਹਾਰਾਜ ਨੇ, ਤੇ ਦੱਸਦੇ ਆ ਵੀ ਰਾਣੀਆਂ ਨੇ ਪਰਖ ਕਰਨੀ ਚਾਹੀ, ਬਈ ਦੇਖੀਏ ਛੋਟੀ ਉਮਰ ਵਿੱਚ ਇਹਨਾਂ ਵਿੱਚ ਕੋਈ ਸ਼ਕਤੀ ਹੈ। ਤਾਂ ਰਾਣੀਆਂ ਉਹ ਗੋਲੀਆਂ 5-10 ਰਾਣੀ ਨਾਲ ਲੈ ਕੇ ਆ ਗਈ ਰਾਜੇ ਰਾਮ ਦੇ ਘਰੋਂ। ਤੇ ਜਦੋਂ ਲੈ ਕੇ ਆ ਗਈ, ਉਹਨਾਂ ਨੂੰ ਕਹਿਣ ਲੱਗੇ, ਆਪ ਗੋਲੀਆਂ ਵਾਲੇ ਲੀੜੇ ਪਾ ਲਏ, ਬਈ ਜੀ ਦੱਸੋ ਰਾਣੀ ਕੌਣ ਹੈ? ਗੁਰੂ ਸਾਹਿਬ ਛੋਟੀ ਜੀ ਅਵਸਥਾ ਵਿੱਚ ਐ ਸਿਟੀ ਰੱਖਦੇ ਗਏ।
ਆ ਵੀ ਨਹੀਂ ਰਾਣੀ, ਆ ਵੀ ਨਹੀਂ ਰਾਣੀ, ਆ ਵੀ ਨਹੀਂ ਰਾਣੀ। ਤੇ ਜਿਹਦੇ ਗੋਲੀਆਂ ਵਾਲੇ ਲੀੜੇ ਪਾਏ ਸੀ ਭੈੜੇ ਜੇ, ਕਹਿੰਦੇ ਆਹ ਰਾਣੀ ਹੈ। ਤੇ ਉਹਨਾਂ ਦੀ ਬੁੱਕਲ ਵਿੱਚ ਬੈਠ ਗਏ। ਫਿਰ ਸਾਰੀਆਂ ਨੇ ਮੱਥੇ ਟੇਕੇ ਬਈ ਇਹ ਤਾਂ ਰੱਬ ਦਾ ਰੂਪ ਹੈ। ਐਸੇ ਸ਼ਕਤੀਵਾਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸੀ, ਜਿਹਨੂੰ ਆਪਾਂ ਕਹਿੰਦੇ ਹਾਂ ਸ੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਉਹਨਾਂ ਦੇ ਦਰਸ਼ਨ ਕੀਤਿਆਂ ਹੀ ਦੁੱਖ ਚਲੇ ਜਾਂਦੇ ਸੀ, ਪਰ ਰੰਗਜੇਬ ਨੂੰ ਗੁਰੂ ਸਾਹਿਬ ਨੇ ਦਰਸ਼ਨ ਨਹੀਂ ਸੀ ਦਿੱਤੇ। ਕਿਉਂ? ਉਹਨਾਂ ਦਾ ਬਚਨ ਸੀ ਬਈ ਤੁਸੀਂ ਸਾਨੂੰ ਸੱਦਿਆ ਸੀ, ਤੁਹਾਨੂੰ ਦਰਸ਼ਨ ਨਹੀਂ ਦੇਣੇ। ਜਦੋਂ ਦੱਸਦੇ ਆ ਗੁਰੂ ਸਾਹਿਬ ਚੋਲਾ ਬਦਲਣ ਦੀ ਤਿਆਰੀ ਹੋ ਗਈ, ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅੱਗੇ ਕਿਹਦੇ ਲੜ ਲਾ ਰਹੇ ਹੋ, ਕੌਣ ਗੱਦੀ ਤੇ ਹੋਵੇਗਾ? ਉਸ ਟਾਈਮ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੇ ਆਪਣੇ ਬਾਬੇ ਬਕਾਲੇ ਉੱਥੇ ਭੋਰੇ ਵਿੱਚ ਤਪੱਸਿਆ ਕਰ ਰਹੇ ਸੀ। ਉਹ ਲੱਗਦੇ ਵੀ ਬਾਬੇ ਸੀ ਗੁਰੂ ਹਰਿਕ੍ਰਿਸ਼ਨ ਜੀ ਦੇ। ਉੱਥੇ ਉਹਨਾਂ ਨੇ ਦੱਸਦੇ ਆ ਸਿਉਨੇ ਦੀ ਥਾਲੀ ਮੰਗਾ ਕੇ ਉਹਦੇ ਵਿੱਚ ਨਰੇਲ 5 ਪੈਸੇ ਰੱਖ ਕੇ ਉੱਤੇ ਆਪਣਾ ਹੱਥ ਧਰ ਦਿੱਤਾ ਬਈ ਬਾਬਾ ਬਕਾਲੇ, ਇਹ ਇਸ਼ਾਰਾ ਕਰ ਦਿੱਤਾ। ਜਦੋਂ ਲੋਕਾਂ ਨੂੰ ਪਤਾ ਲੱਗਿਆ, ਪਖੰਡੀ ਸਾਧੂਆਂ ਨੂੰ, ਉਹਨਾਂ ਨੇ ਜਾ ਕੇ 22 ਮੰਜੀਆਂ ਢਾਹ ਲਈਆਂ ਉੱਤੇ। ਫਿਰ ਤੁਸੀਂ ਇਤਿਹਾਸ ਸੁਣਦੇ ਹੋ ਕਿਵੇਂ ਲੋਕ, ਫਿਰ ਯਾਰ ਕਿਹਨੇ ਕੀਤਾ ਸੀ, ਪ੍ਰਗਟ ਕਿਹਨੇ ਕੀਤਾ ਸੀ। ਜਦੋਂ ਕੋ ਸਮਾਂ ਬੀਤਿਆ ਤਾਂ ਭਾਈ ਮੱਖਣ ਸਾਹ ਲਵਾਣਾ, ਉਹਦਾ ਗਾਰ ਦੇ ਵਿੱਚ ਜਹਾਜ਼ ਖੁੱਭ ਗਿਆ। ਉਹਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜਾ ਵੀ ਅੱਜ ਜਿਹੜੇ ਵੀ ਤੁਸੀਂ ਰੂਪ ਵਿੱਚ ਹੋ ਤਾਂ ਮੇਰੇ ਤੇ ਕਿਰਪਾ ਕਰੋ, ਮੇਰਾ ਜਹਾਜ਼ ਨਿਕਲ ਜਾਵੇ। ਮੈਂ 500 ਮੋਹਰ ਆਪ ਜੀ ਦੀ ਭੇਟ ਕਰਾਂਗਾ, ਮੇਰੇ ਤੇ ਮਿਹਰ ਕਰੋ, ਮੇਰਾ ਜਹਾਜ਼ ਨਿਕਲ ਜਾਵੇ। ਤਾਂ ਜਹਾਜ਼ ਉੱਥੋਂ ਨਿਕਲ ਗਿਆ। ਭਾਈ ਮੱਖਣ ਸਾਹ ਫਿਰ ਆਇਆ ਬਾਬੇ ਬਕਾਲੇ। ਜਦੋਂ ਆ ਕੇ ਦੇਖਿਆ 22 ਮੰਜੀਆਂ ਡਈਆਂ ਹੋਈਆਂ ਤੇ ਮੂਹਰੇ ਚੇਲੇ ਚਾਟ ਕੇ ਛੱਡੇ ਵੇ, ਜਿਵੇਂ ਆਪਣੇ ਵੀ ਇੱਥੇ ਕਈ ਫਿਰਦੇ ਹੁੰਦੇ ਆ। ਉਹ ਕੀ ਕਰਦੇ ਸੀ, ਚਲੋ ਬਾਬੇ ਫਲਾਣੇ ਕੋਲੇ, ਉਹ ਬਾਬਾ ਉੱਥੇ ਆਹ ਸੇਵਾ ਚੱਲਦੀ ਆ, ਉੱਤੇ ਆਹ ਚੱਲਦੀ ਆ, ਤੇ ਐਂ ਲਈ ਫਿਰਨ। ਤੇ ਜਦੋਂ ਆਪਣਾ ਮੱਖਣ ਸਾਹਿਬ ਬੜਾ ਸਮਝਦਾਰ ਸੀ, ਸਿਆਣਾ ਸੀ, ਉਹਨੇ ਕਿਹਾ ਵੀ ਆਪਾਂ 2-2 ਮੋਹਰਾਂ ਮੱਥਾ ਟੇਕੀ ਚੱਲਦੇ ਆ, ਜਿਹੜਾ ਪੂਰਾ ਗੁਰੂ ਹੋਊਗਾ ਆਪੇ ਮੰਗ ਲਏਗਾ। ਉਹਨਾਂ ਨੇ 2-2 ਮੋਹਰਾਂ ਰੱਖ ਕੇ ਮੱਥਾ ਟੇਕਦੇ ਰਹੇ। ਨਿਰਾਸ਼ ਹੋ ਗਏ ਵੀ ਕੋਈ ਲੱਗਿਆ ਨਹੀਂ। ਤੇ ਫਿਰ ਜਾਣ ਲੱਗੇ, ਪੁੱਛਦੇ ਆ ਕਿਸੇ ਸੇਵਾਦਾਰ ਨੂੰ ਵੀ ਹੋਰ ਵੀ ਕੋਈ ਗੁਰੂ ਹੈ? ਤੇ ਗੁਰੂ ਤੇਗ ਬਹਾਦਰ ਜੀ ਦਾ ਅੱਧਾ ਨਾਂ ਲੈ ਕੇ ਕਹਿਣ ਲੱਗੇ ਬਈ ਇੱਕ ਭੋਰੇ ਵਿੱਚ ਬੈਠੇ ਆ, ਉਹ ਹੈਗੇ ਆ, ਉਹਨਾਂ ਨੂੰ ਤੇਗਾ ਵੀ ਕਹਿ ਦਿੰਦੇ ਆ, ਤੇ ਔਰ ਉੱਥੇ ਤੁਸੀਂ ਜਾ ਸਕਦੇ ਹੋ। ਫਿਰ ਮਨ ਮੁੜਿਆ, ਉੱਥੇ ਆ ਗਏ, ਮਾਤਾ ਜੀਆਂ ਨੂੰ ਮੱਥਾ ਟੇਕਿਆ, ਬੇਨਤੀ ਕੀਤੀ, ਮਾਤਾ ਜੀ ਤੁਸੀਂ ਕਿਰਪਾ ਕਰੋ ਤੇ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ ਗੁਰੂ ਸਾਹਿਬ ਦੇ, ਸਾਨੂੰ ਦਰਸ਼ਨ ਕਰਾਓ। ਤੇ ਮਾਤਾ ਜੀ ਬੇਨਤੀ ਕੀਤੀ ਤੇ ਲੈ ਗਏ ਅੰਦਰ। ਤੇ ਉਹਨਾਂ ਨੇ 2 ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਭਾਈ ਸਿੱਕਾ, ਜਦੋਂ ਤੇਰਾ ਜਹਾਜ਼ ਜਲਣ ਦੇ ਵਿੱਚ ਖੁੱਭ ਰਿਹਾ ਸੀ, ਉਦੋਂ ਦਾ ਤੂੰ 500 ਮੋਹਰ ਸੁੱਕੀ ਸੀ ਵੀ ਜਿਹੜਾ ਗੁਰੂ ਨਾਨਕ ਦੀ ਗੱਦੀ ਤੇ ਹੋਵੇਗਾ ਮੈਂ 500 ਮੋਹਰ ਮੱਥਾ ਟੇਕਾਂਗਾ। ਹੁਣ ਤੂੰ 2 ਮੋਹਰਾਂ ਹੀ ਰੱਖਦਾ। ਆ ਸਾਡੀ ਚਾਦਰ ਚੁੱਕ ਕੇ ਮੋਢਾ ਵੇਖ। ਬਸ ਫੇਰ ਕੀ ਸੀ, ਮੱਖਣ ਸਾਹ ਦੀ ਖੁਸ਼ੀ ਦੀ ਹੱਦ ਨਹੀਂ ਰਹੀ। ਲੰਮੇ ਪੈ ਮੱਥਾ ਟੇਕੇ, ਕਹਿੰਦਾ ਜੀ ਮੈਂ ਤਾਂ ਬਾਹਰ ਰੌਲਾ ਪਾਊਂ। ਗੁਰੂ ਸਾਹਿਬ ਕਹਿੰਦੇ ਜੇ ਰੌਲਾ ਪਾਵੇਂਗਾ ਮੂੰਹ ਕਾਲਾ ਕਰਾਂਗੇ, ਗਧੇ ਤੇ ਵਹਾਵਾਂਗੇ। ਐਡਾ ਵਚਨ ਕਹਿ ਦਿੱਤਾ।
ਮੱਖਣ ਸਾਹ ਨੇ ਆਪ ਹੀ ਗਧੇ ਤੇ ਬੈਠ ਕੇ ਆਪ ਹੀ ਮੂੰਹ ਕਾਲਾ ਕਰ ਲਿਆ ਤੇ ਕਹਿਣ ਲੱਗਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਰੌਲਾ ਪਾ ਦਿੱਤਾ ਸਾਰੇ। ਤੇ ਇਸ ਤਰ੍ਹਾਂ ਨਾਲੇ ਆਪ ਦੀ ਸਾਰੀ ਗੱਲ ਦੱਸੇ ਬਈ ਮੈਂ ਆ ਅਰਦਾਸ ਕੀਤੀ ਸੀ ਤੇ ਉਹ ਗੁਰੂ ਨੇ ਮੇਰੀ ਅਰਦਾਸ ਸੁਣੀ, ਉਹਨਾਂ ਨੇ ਮੇਰੇ ਬਚਨ ਬੁੱਝਿਆ ਤੇ ਇਸ ਤਰ੍ਹਾਂ ਗੁਰੂ ਸਾਹਿਬ ਪ੍ਰਗਟ ਹੋਏ, ਗੁਰੂ 9ਵੇਂ ਪਾਤਸ਼ਾਹ। ਪਰ ਉਹਨਾਂ ਨੇ ਕਿੱਡੀ ਵੱਡੀ ਕੁਰਬਾਨੀ, ਜੰਗ ਵੀ ਕੀਤੇ ਸੀ ਗੁਰੂ ਸਾਹਿਬ ਨੇ। ਤੇ ਇਸ ਤਰ੍ਹਾਂ ਫਿਰ ਗੁਰੂ ਸਾਹਿਬ ਦਾ ਹੁਕਮ ਸੀ, ਗੁਰੂ ਹਰਗੋਬਿੰਦ ਸਾਹਿਬ ਦਾ, ਬਈ ਜਦੋਂ ਸਮਾਂ ਆਵੇਗਾ ਉਦੋਂ ਤੁਸੀਂ ਵੀ ਗੱਦੀ ਦੇ ਮਾਲਕ ਹੋਵੋਗੇ, ਹਜੇ ਤੁਸੀਂ ਤਪੱਸਿਆ ਕਰਨੀ ਹੈ। ਤਾਂ ਬਾਬੇ ਬਕਾਲੇ ਭੋਰਾ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ 26 ਸਾਲ ਤਪੱਸਿਆ ਕੀਤੀ ਉਹਨਾਂ ਨੇ, 26 ਸਾਲ। ਤੇ ਜਦੋਂ ਫਿਰ ਅਨੰਦਪੁਰ ਸਾਹਿਬ ਗਏ, ਉੱਥੋਂ ਪਤਾ ਲੱਗ ਗਿਆ। ਫਿਰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਆ ਕੇ ਆਪਣਾ ਸਥਾਨ, ਮੁੱਲ ਜਗ੍ਹਾ ਲੈ ਕੇ ਜ਼ਮੀਨ ਇੱਥੇ ਸ਼ੁਰੂ ਕੀਤਾ, ਪਹਾੜੀਆਂ 'ਤੇ ਜਗ੍ਹਾ ਬਣਾਉਣੀ। ਤਾਂ ਇੱਥੇ ਆਏ ਸੀ ਫਿਰ ਪੰਡਤ ਚੱਲ ਕੇ, ਮੂੰਹ 'ਚ ਘਾਹ ਲੈ ਕੇ ਬੇਨਤੀਆਂ ਕਰਨ ਬਈ ਮਹਾਰਾਜ ਰੰਗ ਜੇਬ ਸਵਾ ਮਣ ਜਨੇਊ ਲਾ ਕੇ ਤਾਂ ਕੋਈ ਜਲ ਪਾਣੀ ਸਕਦਾ, ਸਾਡੀ ਰੱਖਿਆ ਕਰੋ। ਤੇ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹ ਵੀ ਛੋਟੀ ਉਮਰ ਵਿੱਚ ਕੋਲੇ ਆਏ। ਉਹਨਾਂ ਨੇ ਕਿਹਾ, ਪਿਤਾ ਜੀ ਇਹ ਕਿਉਂ ਰੋ ਰਹੇ ਆ, ਇਹਨਾਂ ਨੂੰ ਕੀ ਤਕਲੀਫ ਹੈ? ਗੁਰੂ ਸਾਹਿਬ ਨੇ ਦੱਸਿਆ, ਲਾਲ ਜੀ ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਇਹ ਤਾਂ ਰੋਂਦੇ ਆ। ਰੰਗ ਜੇ ਬਾਦਸ਼ਾਹ ਇਹਨਾਂ ਦੇ ਜਨੇਊ ਲਾ ਰਿਹਾ, ਇਹਨਾਂ ਨੂੰ ਮੁਸਲਮਾਨ ਬਣਾ ਰਿਹਾ। ਉਹ ਕਿਉਂ ਇਹ ਕੰਮ ਕਰਦਾ ਸੀ? ਜਿਹੜੇ ਉਸ ਟਾਈਮ ਦੇ ਮੌਲਵੀ ਮੁਸਲਮਾਨ ਸੀ, ਉਹਨਾਂ ਦੀ ਰਾਜਾ ਰੰਗਜੇਬ ਪ੍ਰੇਰਨਾ ਵਿੱਚ ਆ ਗਿਆ। ਉਹ ਕਹਿਣ ਲੱਗੇ, ਜੀ ਤੁਸੀਂ ਰਾਜੇ ਹੋ ਮੌਕੇ ਦੇ ਹਿੰਦੁਸਤਾਨ ਦੇ, ਤੇ ਤੁਸੀਂ ਇਹ ਦੋ ਹਿੰਦੂ ਤੇ ਮੁਸਲਮਾਨਾਂ 'ਚੋਂ ਸਾਰੇ ਮੁਸਲਮਾਨ ਬਣਾ ਦਿਓ। ਇਸ ਪ੍ਰੇਰਨਾ ਵਿੱਚ ਆਇਆ ਵਾ ਸੀ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਫਿਰ ਇਹ ਵਚਨ ਦੇ ਦਿੱਤਾ, ਗੁਰੂ ਤੇਗ ਬਹਾਦਰ ਜੀ ਨੇ, ਵੀ ਜਾਓ ਰੰਗਜੀਤ ਨੂੰ ਕਹਿ ਦਿਓ ਬਈ ਤੁਸੀਂ ਭਾਈ ਹਿੰਦੂਆਂ ਦੇ ਪੀਰ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਓ, ਫਿਰ ਅਸੀਂ ਸਾਰੇ ਆਪੇ ਹੀ ਬਣ ਜਾਵਾਂਗੇ, ਨਹੀਂ ਸਾਡਾ ਕਤਲੇਆਮ ਨਾ ਕਰੋ। ਉਹਨਾਂ ਨੇ ਜਾ ਕੇ ਕਿਹਾ, ਬੰਦੇ ਭੇਜੇ ਤਾਂ ਗੁਰੂ ਸਾਹਿਬ ਆਗਰੇ ਵੱਲ ਨੂੰ ਚਲੇ ਗਏ ਤੇ ਇਹ ਵਚਨ ਵੀ ਦੇਤਾ ਵੀ ਅਸੀਂ ਆਪੇ ਪਹੁੰਚ ਜਾਵਾਂਗੇ। ਉਹਨਾਂ ਨੂੰ ਇਹ ਹੋਇਆ ਪਤਾ ਨਹੀਂ ਟਲ ਗਏ। ਤੇ ਗੁਰੂ ਸਾਹਿਬ ਫਿਰ ਆਗਰੇ ਜਾ ਕੇ ਉਸ ਟਾਈਮ ਤੇ ਉੱਥੇ ਦੇਖੋ ਕਿਵੇਂ ਅਰਦਾਸਾਂ ਵੀ ਪੂਰੀਆਂ ਕਰਦੇ ਐ। ਉੱਥੇ ਇੱਕ ਮੁਸਲਮਾਨ ਇਆਲੀ ਸੀ, ਜਿਹਨੂੰ ਪਾਲੀ ਕਹਿ ਦਿੰਦੇ ਆ, ਮਾਲ ਚਾਰਨ ਵਾਲਾ। ਉਹ ਰੋਜ਼ ਆਪਦੀ ਇਸਤਰੀ ਨੂੰ ਕਿਹਾ ਕਰੇ, ਭਗਵਾਨੇ ਜੇ ਆਪਾਂ ਨੂੰ ਹਿੰਦੂਆਂ ਦਾ ਪੀਰ ਮਿਲ ਜਾਵੇ, ਆਪਾਂ ਨੂੰ 500 ਮੋਹਰ ਵੀ ਮਿਲ ਜਾਵੇਗੀ, ਆਪਾਂ ਫੜਾ ਦਿਆਂਗੇ। ਤੇ ਗੁਰੂ ਸਾਹਿਬ ਨੇ ਉੱਥੇ ਉਹ ਮਾਲ ਚਾਰਦੇ ਸੀ, ਉਹਨਾਂ ਨੂੰ ਨੇੜੇ ਸੱਦਿਆ। ਸੱਦ ਕੇ ਕਹਿਣ ਲੱਗੇ, ਲੈ ਬਈ ਆ ਦਸਾਲਾ ਲੈ ਜਾ। ਇੱਕ ਮੂੰਦਰੀ ਦੇਤੀ ਬਈ ਜਿੰਨੀ ਮਠਿਆਈ ਪਈ ਇਹਦੇ 'ਚ ਪਾ ਲਿਆ। ਉਹ ਹਲਵਾਈ ਦੇ ਗਏ। ਹਲਵਾਈ ਨੇ ਸੋਚਿਆ ਦਸਾਲਾ ਵੀ ਬੜਾ ਕੀਮਤੀ ਹੈ, ਇਹ ਮੂੰਦਰੀ ਵੀ ਬਹੁਤ ਪੈਸਿਆਂ ਦੀ ਹੈ, ਤੇ ਮਠਿਆਈ ਤਾਂ ਇੰਨੀ ਹੈ ਹੀ ਨਹੀਂ ਮੇਰੇ ਕੋਲੇ। ਉਹ ਦੇ ਕੇ ਮਠਿਆਈ ਮਗਰੇ ਤੁਰਿਆ ਆ। ਤੇ ਜਦੋਂ ਆ ਕੇ ਦੇਖਦਾ ਵੀ ਇਹ ਤਾਂ ਗੁਰੂ ਤੇਗ ਬਹਾਦਰ ਜੀ ਹੈ, ਤੇ ਇਸ ਤਰ੍ਹਾਂ ਫਿਰ ਉਹਨੇ ਰਿਪੋਰਟ ਦੇ ਦਿੱਤੀ। ਗੁਰੂ ਸਾਹਿਬ ਕਹਿਣ ਲੱਗੇ, ਬਈ ਇਹ ਪੈਸਿਆਂ ਦਾ ਹੱਕਦਾਰ ਆ, ਪਾਲੀ ਹੈ। ਤੇ ਇਹ ਉਹ ਮੁਸਲਮਾਨ ਉਹ ਰੋਣ ਲੱਗ ਗਿਆ, ਕਹਿੰਦਾ ਮੈਨੂੰ ਕੀ ਪਤਾ ਸੀ ਵੀ ਤੁਸੀਂ ਅੱਲਾਹ ਤਾਲਾ ਹੋ ਤੇ ਇਹ ਅਰਦਾਸਾਂ ਸੁਣਦੇ ਹੋ। ਤੇ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਤੂੰ ਲੈ ਲਾ ਪੈਸੇ। ਪਰ ਉਹਨੇ ਦੱਸਦੇ ਆ ਲਏ ਨਹੀਂ। ਉੱਥੇ ਗੁਰੂ ਸਾਹਿਬ ਨੂੰ ਗੁਰੂ ਕੇ ਤਾਲ 9 ਮਹੀਨੇ 9 ਦਿਨ ਉਸ ਜਗ੍ਹਾ 'ਤੇ ਰੱਖਿਆ।
ਉੱਥੋਂ ਦਿੱਲੀ ਲਿਆਏ। ਦਿੱਲੀ ਦੇ ਵਿੱਚ ਫਿਰ ਗੁਰੂ ਸਾਹਿਬ ਨੂੰ ਬਹੁਤ ਜ਼ੋਰ ਦੇ ਕੇ ਕਿਹਾ ਵੀ ਤੁਸੀਂ ਮੁਸਲਮਾਨ ਬਣ ਜਾਓ, ਸਾਰੀ ਦੁਨੀਆ ਤੁਹਾਨੂੰ ਪੂਜੇਗੀ। ਇਹ ਵਚਨ ਕਿਹਾ। ਗੁਰੂ ਸਾਹਿਬ ਕਹਿਣ ਲੱਗੇ ਚੰਗਾ ਐ ਕਰ 5 ਕਿਲੋ ਮਿਰਚਾਂ ਲਿਆ ਕੇ ਕਾਲੀਆਂ, ਇਹਨਾਂ ਨੂੰ ਅੱਗ ਲਾ ਦੇ। ਅੱਗ ਲਵਾਤੀ, 3 ਮਿਰਚਾਂ ਬਚੀਆਂ। ਕਹਿੰਦੇ ਰਾਜਾ ਤੂੰ ਤਾਂ 2 ਤੋਂ 1 ਬਣਾਉਣ ਨੂੰ ਫਿਰਦਾ ਹੈ, ਇਹ 2 ਤੋਂ 3 ਬਣਨਗੇ ਧਰਮ 3। ਇਹ ਵਚਨ ਕੀਤਾ। ਤੇ ਜਦੋਂ ਗੁਰੂ ਸਾਹਿਬ ਨੂੰ ਫਤਵਾ ਦੇਤਾ, ਜਿਹੜੇ ਕਿਲੇ ਤੇ ਕੱਲ ਦੀਵਾਨ ਲੱਗੇ ਸੀ, ਲੱਖਾਂ ਲੋਕਾਂ ਦਾ ਇਕੱਠ ਹੋਇਆ ਸੀ, ਦੇਸ਼ ਦਾ ਪ੍ਰਧਾਨ ਮੰਤਰੀ ਵੀ ਆਇਆ ਸੀ, ਸਾਰੇ ਕੋਨੇ-ਕੋਨੇ ਤੋਂ ਲੋਕ ਇਕੱਠੇ ਹੋਏ ਸੀ, ਕਿੰਨੇ 400 ਰਾਗੀ ਸਿੰਘ ਕੀਰਤਨ ਕਰ ਰਹੇ ਸੀ, ਕਿੱਡਾ ਸੋਹਣਾ ਪ੍ਰੋਗਰਾਮ ਸੀ। ਉਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪ੍ਰੋਗਰਾਮ ਸੀ। ਜਿਹੜੇ ਕਿਲਿਆਂ ਤੋਂ ਫਤਵੇ ਲੱਗਦੇ ਸੀ, ਉਸ ਕਿਲੇ ਤੇ ਗੁਰੂ ਤੇਗ ਬਹਾਦਰ ਜੀ ਦੀ ਜੈ ਜੈਕਾਰ ਹੋ ਰਹੀ ਸੀ। ਉਹ ਜਗ੍ਹਾ ਸੀ ਉਹ। ਇਸ ਲਈ ਭਾਈ ਗੁਰੂ ਸਾਹਿਬ ਨੇ ਫਿਰ ਫਤਵਾ ਦੇਤਾ। ਤੇ ਜਦੋਂ ਗੁਰੂ ਸਾਹਿਬ ਦੇ ਨਾਲ 6 ਸਿੰਘ ਸੀ ਉਸ ਵਕਤ, 6 ਗੁਰਮੁਖ ਪਿਆਰੇ, ਜਦੋਂ ਲਿਆ ਕੇ ਚਾਰਣੀ ਚੌਂਕ ਵਿੱਚ ਕਹਿਣ ਲੱਗੇ ਜੀ ਪਹਿਲਾਂ ਇਹਨਾਂ ਦੇ ਜਿਹੜੇ ਨਾਲ ਸਿੱਖ ਹੈ ਇਹਨਾਂ ਨੂੰ ਕੱਲਿਆਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾਵੇ, ਬਾਅਦ ਵਿੱਚ ਗੁਰੂ ਨੂੰ ਇਹ ਫਤਵਾ ਦੇ ਦਿੱਤਾ। ਤੇ ਦੱਸਦੇ ਆ ਜਦੋਂ 3 ਸਿੰਘ ਸ਼ਹੀਦ ਹੋਏ, ਭਾਈ ਦਿਆਲਾ ਜੀ ਤੇ ਭਾਈ ਆਪਣੇ ਮਤੀ ਦਾਸ ਜੀ, ਸਤੀ ਦਾਸ ਜੀ, ਜਿਹੜੇ ਦੂਜੇ 3 ਸੀ, ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਬਈ ਤੁਸੀਂ ਚਲੇ ਜਾਓ ਇੱਥੋਂ। ਕਹਿੰਦੇ ਮਹਾਰਾਜ ਸਾਡੇ ਬੇੜੀਆਂ ਹੱਥ ਘੜੀਆਂ, ਅਸੀਂ ਕਿਵੇਂ ਜਾ ਸਕਦੇ ਹਾਂ। ਗੁਰੂ ਸਾਹਿਬ ਨੇ ਫਿਰ ਉੱਥੇ ਬਾਣੀ ਦੱਸੀ, ਕਾਟੀ ਬੇੜੀ ਪਗਹੋਂ ਤਾਂ ਗੁਰ ਕੀਨੋ ਬੰਦ ਖਲਾਸੀ। ਗੁਰੂ ਸਾਹਿਬ ਕਹਿੰਦੇ ਪਾਠ ਕਰਦੇ ਜਾਓ, ਤੁਹਾਨੂੰ ਕੋਈ ਨਹੀਂ ਵੇਖੇਗਾ। ਸਾਰਾ ਕੁਝ ਵੇਖਿਆ ਗੁਰੂ ਸਾਹਿਬ ਉਹਨਾਂ ਸਿੰਘਾਂ ਨੇ। ਤੇ ਗੁਰੂ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਖੇਸ ਵਿੱਚ ਲਵੇਟ ਕੇ ਦਾਹੋ ਦਾਹੀ ਉੱਤੋਂ ਭੱਜ ਕੇ ਦਿਨ ਰਾਤਾਂ ਕਰਕੇ ਆਨੰਦਪੁਰ ਸਾਹਿਬ ਆਏ। ਤੇ ਇਸ ਤਰ੍ਹਾਂ ਭਾਈ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ, ਉਹਨਾਂ ਨੇ ਸਾਡੀ ਖਾਤਰ ਤਾਂ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣ ਕੇ ਸਾਡੀ ਰੱਖਿਆ ਕੀਤੀ ਹੈ। ਤੇ ਉਹਨਾਂ ਦਾ 400 ਸਾਲਾ ਲੰਘ ਕੇ ਗਿਆ। ਤੇ ਇਸ ਤਰ੍ਹਾਂ ਉਹ 9ਵੇਂ ਗੁਰੂ ਨਾਨਕ ਸੀ। ਇਹ ਸਾਰੇ ਗੁਰੂ ਨਾਨਕ ਦੀ ਜੋਤ ਹੀ ਚੱਲ ਰਹੀ ਹੈ। ਤੇ ਅੱਜ ਵੀ ਆ ਨਾਨਕਸਰ ਦੇ ਵਿੱਚ ਇਹ ਵੀ ਭਾਈ ਬਾਬਾ ਆਨੰਦ ਸਿੰਘ ਜੀ ਤੋਂ ਲੈ ਕੇ ਜੋ ਗੁਰੂ ਨਾਨਕ ਦਾ ਬਚਨ ਸੀ, ਕੀ ਬਚਨ ਸੀ ਬਈ 84 ਜਾਮੇ ਪਹਿਰਾਂਗੇ, 10 ਪ੍ਰਗਟ 74 ਜਾਮੇ ਸੰਤਾਂ ਦੇ ਰੂਪ ਵਿੱਚ ਆਵਾਂਗੇ। ਉਹ ਕੌਣ ਆਏ? ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਏ, ਫਿਰ ਬਾਬਾ ਈਸਰ ਸਿੰਘ ਜੀ ਮਹਾਰਾਜ ਆਏ, ਫਿਰ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਆਏ, ਜਿਨ੍ਹਾਂ ਨੇ ਤਨ ਮਨ ਦੇ ਨਾਲ ਸੇਵਾ ਕੀਤੀ, ਆਪਣੇ ਮਾਲਕ ਨੂੰ ਰੱਬ ਜਾਣ ਕੇ ਸੇਵਾ ਕੀਤੀ। ਤੇ ਇਸ ਤਰ੍ਹਾਂ ਜਿਵੇਂ ਬਾਬਾ ਜੀਆਂ ਨੇ, ਬਾਬਾ ਈਸਰ ਸਿੰਘ ਜੀ ਮਹਾਰਾਜ ਥੋੜ੍ਹੀ ਅਵਸਥਾ ਵਿੱਚ ਆ ਕੇ ਬਾਬਾ ਜੀ ਨੇ, ਜਿਹੜਾ ਬਾਬਾ ਜੀ ਦਾ ਈਸਰ ਸਿੰਘ ਨਾਂ ਸੀ, ਉਹ ਵੀ ਬਾਬਾ ਆਨੰਦ ਸਿੰਘ ਜੀ ਨੇ ਰੱਖਿਆ ਸੀ। ਤੇ ਇਸ ਤਰ੍ਹਾਂ ਭਾਈ ਬਾਬਾ ਨਰਾਇਣ ਸਿੰਘ ਜੀ ਦਾ ਪਹਿਲਾਂ ਬਾਬੂ ਸਿੰਘ ਨਾਂ ਸੀ, ਫਿਰ ਨਰਾਇਣ ਸਿੰਘ ਜਦੋਂ ਅੰਮ੍ਰਿਤ ਛਕਿਆ ਉਦੋਂ ਰੱਖਿਆ ਗਿਆ। ਤੇ ਇਸ ਤਰ੍ਹਾਂ ਇਹ ਮਹਾਂਪੁਰਸ਼ਾਂ ਦੀਆਂ ਕਰਨੀਆਂ। ਗੁਰਮੁਖ ਪਿਆਰਿਓ, ਕੋਈ ਵੀ ਇਨਸਾਨ ਹੈ ਦੁਨੀਆ ਤੇ ਜੇ ਚੰਗਾ ਬਣਦਾ ਹੈ, ਚੰਗੇ ਕੰਮ ਕਰਦਾ ਹੈ, ਚੰਗੇ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਹੈ, ਉਹ ਚੰਗਾ ਬਣ ਜਾਂਦਾ ਹੈ। ਜੇ ਮਾੜੇ ਬੰਦੇ ਦੀ ਸੰਗਤ ਬਣਦਾ ਹੈ, ਉਹ ਮਾੜਾ ਬਣ ਜਾਂਦਾ ਹੈ। ਅਮਲੀ ਦੀ ਸੰਗਤ ਕਰੂ ਅਮਲੀ ਬਣ ਜੂਗਾ, ਚੋਰ ਦੀ ਸੰਗਤ ਕਰੂ ਚੋਰ ਬਣ ਜੂਗਾ, ਗੀਸੇ ਕੱਟਾਂ ਦੀ ਕਰੂ ਉਹ ਜਿਹਾ ਬਣ ਜੂਗਾ। ਇਸ ਲਈ ਜਿਹੜੀ ਸੰਗਤ ਕਰਨੀ ਹੈ, ਬਾਬਾ ਜੀ ਕਿਰਪਾ ਕਰਦੇ ਸੀ, ਗੁਰੂ ਘਰ ਦੀ ਚੰਗੇ ਥਾਂ ਸੰਗਤ ਕਰਨੀ ਹੈ।
ਸੰਗਤ ਕਰਨੀ ਉਹ ਹੈ ਚੰਗੀ, ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜੇ ਦੁਨੀਆ ਭੁੱਲ ਜੇ, ਜੀਵਨ ਸਫਲ ਹਮਾਰਾ। ਕਿੱਥੇ ਜੀਵਨ ਸਫਲ ਹੁੰਦਾ ਹੈ? ਜਿੱਥੇ ਭਾਈ ਚੰਗੇ ਥਾਂ। ਬਾਬਾ ਜੀ ਕਿਰਪਾ ਕਰਦੇ ਸੀ। ਇਹ ਨਾਨਕਸਰ ਭਗਤੀ ਦਾ ਘਰ, ਇਹ ਦਰਗਾਹੀ ਜਗ੍ਹਾ ਹੈ। ਇੱਥੇ ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ, ਇੱਥੇ ਆਉਣ ਵਾਲੇ ਬਾਬਾ ਜੀ ਉਹਨਾਂ 'ਤੇ ਬੜੀ ਮਿਹਰ ਕਰਦੇ ਆ, ਕਿਰਪਾ ਕਰਦੇ ਆ। ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਘਾਟਾ ਨਹੀਂ ਰਹਿੰਦਾ। ਬਾਬਾ ਜੀ ਉਹਨਾਂ 'ਤੇ ਕਿਰਪਾ ਰੱਖਦੇ ਆ। ਇਸ ਲਈ ਗੁਰਮੁਖ ਪਿਆਰਿਓ, ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਇਹ ਸਾਡੇ ਲਈ ਜ਼ਰੂਰੀ ਹੈ। ਇਹ ਜ਼ਿੰਦਗੀ ਬਾਰ-ਬਾਰ ਨਹੀਂ ਆਉਂਦੀ। ਇੱਕ ਵਾਰੀ ਜੀਵ ਆਉਂਦਾ, ਇੱਕ ਵਾਰੀ ਚਲਿਆ ਜਾਂਦਾ ਹੈ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਮਾਨਸ ਦੇ ਪਾਈ ਵੱਡ ਭਾਗੀ, ਨਾਮ ਨਾ ਜਪੀਐ ਆਤਮ ਘਾਤੀ। ਵੀ ਮਾਨਸ ਦੇ ਵੱਡੇ ਭਾਗਾਂ ਕਰਕੇ ਇਹ ਮਿਲੀ ਆ ਸਾਨੂੰ। ਤੇ ਜੇ ਨਾਮ ਨਾ ਜਪੇਗਾ, ਬਾਣੀ ਨਹੀਂ ਪੜ੍ਹਦਾ, ਚੰਗੇ ਪੁਰਸ਼ਾਂ ਦੀ ਸੰਗਤ ਨਹੀਂ ਕਰਦਾ, ਫਿਰ ਇੱਕ ਵਾਰੀ ਤਾਂ ਸਮਾਂ ਮਿਲ ਗਿਆ, ਫਿਰ ਦੁਬਾਰੇ ਨਹੀਂ ਮਿਲਦਾ। ਫਿਰ ਬੰਦਾ ਨਰਕਾਂ ਵਿੱਚ ਚਲਿਆ ਜਾਂਦਾ ਹੈ। ਤੇ ਇਸ ਤਰ੍ਹਾਂ ਸਾਨੂੰ ਬਾਬਾ ਜੀ ਨੇ ਇਹ ਚੰਗਾ ਸਮਾਂ ਬਖਸ਼ਿਆ, ਜ਼ਿੰਦਗੀ ਬਖਸ਼ੀ ਹੈ, ਅਕਲ ਦਿਮਾਗ ਬਖਸ਼ਿਆ, ਸੋਚਣ ਸ਼ਕਤੀ ਬਖਸ਼ੀ ਹੈ, ਕਿੰਨਾ ਪਹਿਨਣ ਪੱਚਰਨ ਬਖਸ਼ਿਆ। ਜੇ ਇੰਨਾ ਕੁਛ ਹੁੰਦਿਆਂ ਵੀ ਅਸੀਂ ਨਾਮ ਨਹੀਂ ਜਪਦੇ, ਫਿਰ ਰੱਬ ਨੂੰ ਦੋਸ਼ ਨਹੀਂ ਹੈ। ਇਸ ਲਈ ਗੁਰਮੁਖ ਪਿਆਰਿਓ, ਅੰਮ੍ਰਿਤ ਜ਼ਰੂਰ ਛਕੋ, ਗੁਰੂ ਵਾਲੇ ਬਣੋ। ਜਿਹੜੇ ਬੱਚੇ ਹੈ, ਬੱਚੀਆਂ, ਉਹ ਆਪਣੇ ਮਾਪਿਆਂ ਦਾ ਹੁਕਮ ਮੰਨਿਆ ਕਰੋ। ਬਾਬਾ ਜੀ ਕਿਰਪਾ ਕਰਦੇ ਸੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਹੈ। ਜਿਹੜੇ ਮਾਪਿਆਂ ਦਾ ਹੁਕਮ ਮੰਨਦੇ ਆ, ਉਹਨਾਂ 'ਤੇ ਫਿਰ ਮਾਪਿਆਂ ਦੀ ਵੀ ਪ੍ਰਸੰਨਤਾ, ਗੁਰੂ ਦੀ ਵੀ ਪ੍ਰਸੰਨਤਾ ਹੋ ਜਾਂਦੀ ਹੈ। ਜਿਹੜੇ ਨਸ਼ੇ ਆ, ਇਹਨਾਂ ਤੋਂ ਬਚਣਾ। ਇਹ ਮਾੜੇ ਨਸ਼ੇ ਆ, ਸ਼ਰਾਬਾਂ ਪੀਣੀਆਂ, ਆ ਚਿੱਟੇ ਪੀਣੇ, ਇਹ ਬਹੁਤ ਭੈੜੀ ਚੀਜ਼ ਹੈ। ਜਿਸ ਪੀਤਿਆਂ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੈ, ਖਸਮੋਂ ਧੱਕੇ ਖਾਏ। ਉਹਨੂੰ ਆਪਣੇ ਪਰਾਏ ਦਾ ਪਤਾ ਹੀ ਨਹੀਂ ਰਹਿੰਦਾ। ਤੇ ਇਸ ਲਈ ਇਹਨਾਂ ਚੀਜ਼ਾਂ ਤੋਂ ਅਸੀਂ ਸੰਕੋਚ ਕਰਨਾ, ਮਾਸ ਮਿੱਟੀ ਤੋਂ ਵੀ ਬਚਣਾ। ਬਾਬਾ ਜੀ ਕਿਰਪਾ ਕਰਦੇ ਸੀ। ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ, ਤਿਨ ਕਿਉਂ ਨਿਰਮਲ ਚੀਤ। ਜੇ ਮਾਨਸ ਦੇ ਪਾ ਕੇ ਉਹ ਜਾਨਵਰਾਂ ਦੀ ਰਤ ਪੀਂਦਾ ਹੈ, ਕੀ ਨਿਰਮਲ ਚਿੱਤ ਹੋ ਜਾਵੇਗਾ? ਕੀ ਨਹਾ ਧੋ ਕੇ ਨਿਰਮਲ ਚਿੱਤ ਹੋ ਜਾਂਦਾ? ਕਈ ਲੋਕ ਇਹੋ ਜਿਹੇ ਆ। ਤੇ ਬਾਬਾ ਜੀ ਕਿਰਪਾ ਕਰਦੇ ਸੀ। ਬਾਣੀ 'ਚ ਜੀਓ ਮੈਲੇ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਮੈਲੇ। ਤੇ ਜਿਨ੍ਹਾਂ ਜਨਮ ਜੂਏ ਹਾਰਿਆ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਸਾਰਿਆ। ਉੱਤੋਂ ਸਾਫ ਸੁਥਰੇ ਹੋਣਾ, ਵਿੱਚੋਂ ਬਾਬਾ ਜੀ ਕਹਿੰਦੇ ਭਾਈ ਬੰਦਾ ਗਿਰਿਆ ਹੁੰਦਾ ਨਾ। ਭਾਈ ਸਿੱਖ ਕਹੇ ਜਾ ਹੋਣਾ ਚਾਹੀਦਾ, ਅੰਦਰੋਂ ਬਾਹਰੋਂ ਇੱਕ ਹੋਣਾ ਚਾਹੀਦਾ। ਤੇ ਇਸ ਤਰ੍ਹਾਂ ਬਾਬਾ ਜੀ ਕਿਰਪਾ ਕਰਦੇ ਸੀ। ਤੁਸੀਂ ਭਾਗਾਂ ਵਾਲੇ ਹੋ, ਜਿੰਨੀਆਂ ਵੀ ਸੰਗਤਾਂ ਆਏ ਹੋ। ਤੇ ਬਾਬਾ ਜੀ ਕਹਿੰਦੇ ਜਿਹੜਾ ਨਾਨਕਸਰ ਵਿੱਚ ਆਉਂਦਾ, ਉਹ ਸਮਝ ਲੈ ਵੱਡੇ ਭਾਗਾਂ ਵਾਲਾ ਜੀ ਆਉਂਦਾ। ਇੱਥੇ ਵੱਡੇ ਭਾਗਾਂ ਵਾਲੇ ਜੀ ਨੂੰ ਸਮਾਂ ਮਿਲਦਾ। ਇੱਥੇ ਬਾਬਾ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਕਿੰਨਾ ਸੋਹਣਾ ਸੱਚਖੰਡ ਬਣਿਆ, ਕਿੰਨੀ ਸੋਹਣੀ ਅਸਥਾਨ ਬਣਿਆ। ਇੱਥੇ 5.5 ਘੰਟੇ ਕੀਰਤਨ ਸ਼ਾਮ ਨੂੰ ਹੋਣਾ, ਸਣੇ ਕਥਾ, ਤੇ 5.5 ਘੰਟੇ ਅੰਮ੍ਰਿਤ ਵੇਲੇ ਸਵੇਰੇ ਹੋਣਾ। ਇਹ ਕਿੱਡੀ ਮਹਾਨ ਕਿਰਪਾ ਹੈ। ਇਹ ਕਿਹਦੀ ਕਿਰਪਾ ਹੈ? ਇਹ ਬਾਬਾ ਆਨੰਦ ਸਿੰਘ ਜੀ ਤੋਂ ਲੈ ਕੇ ਬਾਬਾ ਈਸਰ ਸਿੰਘ ਜੀ ਮਹਾਰਾਜ, ਉਹਨਾਂ ਨੇ ਇਹ ਧੁਰਬਾ ਬੰਨ੍ਹਿਆ। ਉਹਨਾਂ ਦੇ ਅੱਗੇ ਪਿਆਰੇ ਮਹਾਂਪੁਰਸ਼ ਸਿੱਖ ਸੇਵਕ ਸਾਰੇ ਡਟ ਕੇ ਸੇਵਾਵਾਂ ਕਰਦੇ ਆ, ਡਿਊਟੀਆਂ ਕਰਦੇ ਆ।
ਜਿਹੜਾ ਵੀ ਇੱਥੇ ਬਾਬਾ ਜੀ ਕਹਿੰਦੇ ਸੀ ਆਪਣੀ ਜ਼ਿੰਦਗੀ ਲਾਉਂਦਾ ਹੈ, ਉਹਦੀਆਂ ਭਾਈ 21 ਕੁਲਾਂ ਤਰ ਜਾਂਦੀਆਂ। ਇਹ ਬਾਬਾ ਜੀ ਦਾ ਵਚਨ ਹੈ, ਦਾਸ ਦਾ ਨਹੀਂ। ਜਿਹੜਾ ਇਹ ਜਗ੍ਹਾ ਤੇ ਆਪਣੀ ਜ਼ਿੰਦਗੀ ਲਾਉਂਦਾ ਹੈ, 21 ਕੁਲਾਂ ਕਹਿ ਦੇਣੀ ਗੱਲ ਹੈ ਭਾਈ, ਕਿੱਡੀ ਮਹਾਨ ਕਿਰਪਾ ਹੈ। ਤੇ ਇਸ ਲਈ ਸਾਰੇ ਇੱਥੇ ਰਹਿਣ ਵਾਲੇ ਵੀ ਜਿੰਨੇ ਵੀ ਭਾਈ ਵੱਡੇ ਭਾਗਾਂ ਵਾਲੇ ਹੈ, ਬਾਬਾ ਜੀ ਦੀ ਸਾਰਿਆਂ ਤੇ ਪ੍ਰਸੰਨਤਾ ਹੈ। ਅਸੀਂ ਹੁਣ ਸਮਾਪਤੀ ਕਰਦੇ ਹਾਂ। ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਗੁਰੂ ਪੰਜਵੇਂ ਪਾਤਸ਼ਾਹ, ਉਹ ਵੀ ਗੁਰੂ ਨਾਨਕ ਦਾ ਰੂਪ। ਗੁਰੂ ਨਾਨਕ ਨੇ ਪੰਜਵੇਂ ਗੁਰੂ ਨਾਨਕ ਹੈ। ਗੁਰੂ ਤੇਗ ਬਹਾਦਰ ਜੀ 9ਵੇਂ ਗੁਰੂ ਨਾਨਕ ਹੈ। ਇਸ ਤਰ੍ਹਾਂ ਜਿੰਨੀਆਂ ਗੁਰੂ ਨਾਨਕ ਤੋਂ ਬਾਅਦ 9 ਪਾਤਸ਼ਾਹੀਆਂ ਆਈਆਂ, ਸਭ ਨੇ ਗੁਰੂ ਨਾਨਕ ਦਾ ਨਾਮ ਜਪਾਇਆ। ਰਾਜ ਕਲਯੁਗ ਦਾ ਪਹਿਰਾ ਹੈ ਗੁਰੂ ਨਾਨਕ ਦਾ। ਜਿਹੜਾ ਗੁਰੂ ਨਾਨਕ ਲੇਵਾ, ਗੁਰੂ ਨਾਨਕ ਦਾ ਧਿਆਨ ਧਰ ਕੇ ਪਾਠ ਪੂਜਾ ਕਰੇਗਾ, ਅਰਦਾਸ ਕਰੇਗਾ, ਘਰੇ ਜਾਣ ਤੋਂ ਪਹਿਲਾਂ ਘਰੋਂ ਬੇਨਤੀ ਕਰੇਗਾ, ਅਰਦਾਸ ਕਰੇਗਾ, ਗੁਰੂ ਨਾਨਕ ਉਹਨਾਂ ਤੇ ਮਿਹਰਾਂ ਕਰਨਗੇ। ਇਸ ਲਈ ਭਾਗਾਂ ਵਾਲਿਓ, ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਵਸਾਉਣਾ। ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ